ਰੋਜ਼ਾਨਾ ਲੋਕ ਨਾਲ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਮੈਂ ਸੁਖਵਿੰਦਰ ਸਿੰਘ ਸਿੱਧੂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰਾ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ। ਗੱਲਬਾਤ ਕਰਾਂਗੇ ਕਿ ਕਾਂਗਰਸ ਹਾਈ ਕਮਾਨ ਦੇ ਵੱਲੋਂ ਪੰਜਾਬ ਕਾਂਗਰਸ ਦੇ ਅੰਦਰ ਵਧੇ ਹੋਏ ਖਲਾਅ ਨੂੰ ਰੋਕਣ ਦੇ ਲਈ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ, ਉਹਨਾਂ ਤੋਂ ਜਿਹੜੀ ਆਸ ਕੀਤੀ ਜਾ ਰਹੀ ਸੀ। ਕੱਲ ਇੱਕ ਮੀਟਿੰਗ ਹੋਈ ਸੀ, ਮੀਟਿੰਗ ਦੇ ਵਿੱਚ ਕੀ ਕੁਝ ਵੱਡੇ ਫੈਸਲੇ ਲਏ ਗਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕੀ ਕੁਝ ਹਾਈ ਕਮਾਨ ਸੋਚਦੀ ਹੈ, ਉਹਨਾਂ ਦੇ ਵੱਲੋਂ ਕੀ ਦੱਸਿਆ ਗਿਆ, ਕੀ ਕਮੇਟੀ ਸੋਚਦੀ ਹੈ, ਨਵਜੋਤ ਸਿੰਘ ਸਿੱਧੂ ਦੇ ਬਾਰੇ ਕਾਂਗਰਸ ਹਾਈ ਕਮਾਨ ਕੀ ਸੋਚਦੀ ਹੈ ਤੇ ਕੀ ਕਮੇਟੀ ਸੋਚਦੀ ਹੈ, ਕੌਣ ਹੋਏਗਾ ਮੁੱਖ ਮੰਤਰੀ, ਕੌਣ ਹੋਏਗਾ ਪ੍ਰਧਾਨ, ਇਹ ਵੀ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਸਾਫ਼ ਕੀਤੀਆਂ ਗਈਆਂ ਨੇ। ਕੀ ਕਿਹੜੇ ਮੰਤਰੀ ਜਾਂ ਕਿਹੜੇ ਐਮਪੀ ਵਿਧਾਇਕ ਦੇ ਉੱਪਰ ਇਹ ਕਮੇਟੀ ਜਾਂ ਕਾਂਗਰਸ ਹਾਈ ਕਮਾਨ ਐਕਸ਼ਨ ਲਵੇਗੀ, ਉਹ ਵੀ ਉਹਨਾਂ ਨੇ ਦੱਸਿਆ। ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਮੇਟੀ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਕਿਸ ਤਰੀਕੇ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇਗਾ, ਪਹਿਲਾਂ ਕਿਸ ਨੂੰ ਬੁਲਾਇਆ ਜਾਵੇਗਾ, ਇਹ ਵੀ ਸਾਰੀਆਂ ਗੱਲਾਂ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ, ਇੱਕ ਪਰ ਤੁਹਾਡੇ ਅੱਗੇ ਖੋਲਾਂਗੇ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਹੜੇ ਜੁੜੇ ਹੋਏ ਮਹਿਮਾਨ ਨੇ, ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਮੈਂ ਚਾਹੁੰਦਾ ਕਿ ਇੱਕ ਵਾਰੀ ਆਪਾਂ ਜਿਹੜਾ ਇਹ ਬਿਆਨ ਆਇਆ, ਜਿਹੜਾ 3 ਮੈਂਬਰੀ ਕਮੇਟੀ ਦਾ ਹਰੀਸ਼ ਰਾਵਤ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਪਹਿਲਾਂ ਆਪਾਂ ਉਹ ਦੱਸ ਦਈਏ, ਉਸ ਤੋਂ ਬਾਅਦ ਉਹ ਤੇ ਵਿਸ਼ਲੇਸ਼ਣ ਕਰਦੇ ਹਾਂ। ਬਿਆਨ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਜਿਹੜੀਆਂ ਕਹੀਆਂ ਗਈਆਂ ਨੇ ਉਹ ਹਰੀਸ਼ ਰਾਵਤ ਦੇ ਵੱਲੋਂ। ਸੁਖਵਿੰਦਰ ਜੀ, ਕੱਲ ਦਿੱਲੀ ਦੇ ਵਿੱਚ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ, ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਦੀ ਬਹੁਤ ਇੱਕ ਅਹਿਮ ਮੀਟਿੰਗ ਦਿੱਲੀ ਦੇ ਵਿੱਚ ਹੋਈ ਔਰ ਉਸ ਤੋਂ ਬਾਅਦ ਹਰੀਸ਼ ਰਾਵਤ ਹੋਰਾਂ ਨੇ ਬਕਾਇਦਾ ਤੌਰ ਤੇ ਪ੍ਰੈਸ ਨੂੰ ਬਿਆਨ ਦਿੱਤੇ ਔਰ ਉਹਨਾਂ ਬਿਆਨਾਂ ਦੇ ਵਿੱਚ ਉਹਨਾਂ ਨੇ ਸਾਰੀ ਜਿਹੜਾ ਮੋਡ ਆਫ ਅਪਰੈਂਡਿਸ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਸੋਲਵ ਕੀਤਾ ਜਾਏਗਾ, ਕਿਵੇਂ ਪੰਜਾਬ ਦੀ ਇਸ ਵੇਲੇ ਜਿਹੜੀ ਕਾਟੋ ਕਲੇਸ਼ ਹੈ ਕਾਂਗਰਸ ਦਾ, ਉਹਨੂੰ ਕਿਵੇਂ ਸੁਲਝਾਇਆ ਜਾਏਗਾ, ਉਹਦੇ ਬਾਰੇ ਉਹਨਾਂ ਤੋਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਹਨਾਂ ਨੇ ਡਿਟੇਲ ਦੇ ਵਿੱਚ, ਵਿਸਥਾਰ ਦੇ ਵਿੱਚ ਕੱਲੀ ਗੱਲ ਜਿਹੜੀ ਹੈਗੀ ਹੈ ਪੱਤਰਕਾਰਾਂ ਨੂੰ ਦੱਸੀ ਹੈ ਔਰ ਪ੍ਰੈਸ ਦੇ ਵਿੱਚ ਉਹ ਜਾਰੀ ਹੋਈ ਹੈ। ਤਾਂ ਉਹਦੇ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ 22 ਦੇ ਵਿੱਚ ਕੋਈ ਬਦਲਾਅ ਕਰਨਾ ਚਾਹੁੰਦੇ ਹੋ, ਯਾਨੀ ਕਿ ਉਹਨਾਂ ਦਾ ਮਤਲਬ ਸੀਗਾ ਪੱਤਰਕਾਰਾਂ ਦਾ ਕਿ ਕੋਈ ਨਵਾਂ ਚਿਹਰਾ ਜਿਹੜਾ ਹੈਗਾ, ਜਿਵੇਂ 2 ਹਿੱਸਿਆਂ 'ਚ ਵੰਡੀ ਗਈ ਹੈ ਕਾਂਗਰਸ ਇਸ ਵੇਲੇ, ਇੱਕ ਪਾਸੇ ਕੈਪਟਨ ਸਾਹਿਬ ਦਾ ਧੜਾ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਜਿਹੜੀਆਂ ਅਗਲੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਚਿਹਰਾ ਕੌਣ ਬਣੇਗਾ, ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਚਾਂਸ ਹੈਗੇ ਨੇ ਕਿ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ 22 ਦੇ ਵਿੱਚ, ਤਾਂ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਸਾਡਾ ਮਕਸਦ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਨਵਾਂ ਚਿਹਰਾ ਲਿਆਉਣ ਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੀ ਚਿਹਰਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ 22 ਦੇ ਵਿੱਚ ਬਣਾਇਆ ਜਾਏਗਾ, ਉਹੀ ਵੱਡਾ ਚਿਹਰਾ ਰਹਿਣਗੇ। ਸੋ ਇਸ ਕਰਕੇ ਕੋਈ ਵੀ ਬਦਲਾਅ ਦੀ ਜਿਹੜੀ ਹੈਗੀ ਹੈ ਉਹਨਾਂ ਨੇ ਗੁੰਜਾਇਸ਼ ਨੂੰ ਜਿਹੜਾ ਹੈਗਾ ਨਹੀਂ ਸਵੀਕਾਰ ਕੀਤਾ। ਸੋ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਅਗਲੀ ਕਾਰਵਾਈ ਕੀ ਹੈ, ਤਾਂ ਉਹਨਾਂ ਨੇ ਕਿਹਾ ਕਿ ਅਗਲੀ ਕਾਰਵਾਈ ਸਾਡੀ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਦੀ ਤੋਂ ਜਲਦੀ ਮੀਟਿੰਗਾਂ ਸ਼ੁਰੂ ਕਰਾਂਗੇ, MLA ਸਾਹਿਬਾਨ ਦੇ ਨਾਲ ਮੀਟਿੰਗਾਂ ਹੋਣਗੀਆਂ, ਫਿਰ ਜਿਹੜੀਆਂ ਹੈਗੇ ਮੰਤਰੀਆਂ ਦੇ ਨਾਲ ਮੀਟਿੰਗਾਂ ਹੋਣਗੀਆਂ, ਫਿਰ ਜਿਹੜੇ ਕਾਂਗਰਸ ਦੇ ਵੱਖ-ਵੱਖ ਪ੍ਰਧਾਨ ਨੇ ਉਹਨਾਂ ਨਾਲ ਮੀਟਿੰਗਾਂ ਹੋਣਗੀਆਂ। ਇਸ ਤਰ੍ਹਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦੇ ਪ੍ਰਧਾਨ ਨੂੰ ਵੀ ਕੀ ਬਦਲਿਆ ਜਾਏਗਾ, ਤਾਂ ਉਹਨਾਂ ਨੇ ਬਿਲਕੁਲ ਸਾਫ਼ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਵੀ ਕੋਈ ਇੱਦਾਂ ਦੀ ਗੁੰਜਾਇਸ਼ ਨਹੀਂ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੂੰ ਵੀ ਬਦਲਾਂਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਮੋਡ ਆਫ ਅਪਰੈਂਡਿਸ ਰਹੇਗਾ, ਉਹ ਜਿਹੜਾ ਹਰੀਸ਼ ਰਾਵਤ ਜੀ ਨੇ ਪਹਿਲਾਂ ਸ਼ੁਰੂ ਕੀਤਾ ਸੀਗਾ, ਲਗਭਗ ਉਹੀ ਜਿਹੜਾ ਹੈਗਾ ਤਰੀਕਾ ਇਸ ਕੈਪਟਨ ਬਾਰੇ ਉਹਨਾਂ ਨੇ ਕੀ ਦੱਸਿਆ ਕਿ ਕੈਪਟਨ ਬਾਰੇ ਹਾਈ ਕਮਾਨ ਕੀ ਸੋਚਦੀ ਹੈ? ਕੈਪਟਨ ਸਾਹਿਬ ਉਹਨਾਂ ਨੇ ਇਹੀ ਕਿਹਾ ਕਿ ਕੈਪਟਨ ਸਾਹਿਬ ਸਾਡੇ ਮਾਨਯੋਗ ਵੱਡੇ ਲੀਡਰ ਨੇ, ਇਸ ਵੇਲੇ ਫਾਦਰਲੀ ਫਿਗਰ ਨੇ, ਪੰਜਾਬ ਦੀ ਕਾਂਗਰਸ ਦਾ ਮਾਣ ਨੇ ਉਹ। ਸੋ ਇਸ ਕਰਕੇ ਉਹਨਾਂ ਨੂੰ ਅਸੀਂ ਨਹੀਂ ਬਦਲ ਸਕਦੇ, ਕੋਈ ਸੰਭਾਵਨਾਵਾਂ ਕੋਈ ਵੀ ਕਿਸੇ ਕਿਸਮ ਦੀ ਪੈਦਾ ਨਹੀਂ ਹੁੰਦੀ। ਉਹਨੇ ਇਹੀ ਕਿਹਾ ਕਿ ਅਗਲੀਆਂ ਚੋਣਾਂ ਜਿਹੜੀਆਂ ਨੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਨੂੰ ਮੁੱਖ ਚਿਹਰਾ ਬਣਾ ਕੇ ਜਿਹੜਾ ਹੈਗਾ ਲੜੀਆਂ ਜਾਣਗੀਆਂ। ਸੋ ਇਸ ਕਰਕੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਬਦਲਾਅ ਕਰਨ ਲਈ ਆਏ ਹੋ, ਉਹਨਾਂ ਨੇ ਕਿਹਾ ਨਹੀਂ, ਸਾਨੂੰ ਬਦਲਾਅ ਨਹੀਂ ਕਿਹਾ ਗਿਆ, ਅਸੀਂ ਤਾਂ ਜਿਹੜੀਆਂ 22 ਦੀਆਂ ਚੋਣਾਂ ਨੇ ਉਹਦੇ ਵਿੱਚ ਪਾਰਟੀ ਨੂੰ ਤੰਦਰੁਸਤ ਕਰਨ ਦੇ ਲਈ, ਪਾਰਟੀ ਨੂੰ ਚੁਸਤ ਦਰੁਸਤ ਕਰਨ ਦੇ ਲਈ ਅਸੀਂ ਜਿਹੜੀ ਹੈਗੀ ਹੈ ਇੱਦਾਂ ਦੀਆਂ ਜਿਹੜੀਆਂ ਮੀਟਿੰਗਾਂ ਕਰਾਂਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀ ਰਿਪੋਰਟ ਜਿਹੜੀ ਹੈਗੀ ਆ ਹਾਈ ਕਮਾਂਡ ਜਿਹੜੀ ਹੈਗੀ ਆ ਉਹਨੂੰ ਦਿੱਤੀ ਜਾਏਗੀ ਔਰ ਉਹਦੇ ਵਿੱਚੋਂ ਕੀ ਨਤੀਜੇ ਸਾਹਮਣੇ ਆਉਣਗੇ, ਇਹ ਜਿਹੜਾ ਹੈਗਾ ਇਹ ਭਵਿੱਖ ਤੈਅ ਕਰੇਗਾ। ਪਰ ਉਹਨਾਂ ਨੇ ਕਿਹਾ ਕਿ
ਇੱਕ ਬਹੁਤ ਜਿਹੜਾ ਹੈਗਾ ਸਖਤੀ ਦੇ ਨਾਲ ਕਿ ਵੱਖ-ਵੱਖ ਨੇਤਾਵਾਂ ਨੂੰ ਬਾਹਰ ਜਾ ਕੇ ਜਿਹੜੀ ਹੈਗੀ ਆ ਉਹ ਬਿਆਨਬਾਜ਼ੀ ਹੈਗੀ ਹੈ ਉਹਨੂੰ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਇੱਥੇ ਵੀ ਸਾਨੂੰ ਅੰਦਰ ਖਾਤੇ ਕਿਤੇ ਨਾ ਕਿਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਅਨੁਸ਼ਾਸਨ ਭੰਗ ਕਰੇਗਾ ਤਾਂ ਉਹਨਾਂ ਦਾ ਇੱਕ ਇਸ਼ਾਰਾ ਇਹ ਵੀ ਸੀ ਅੰਦਰ ਖਾਤੇ ਕਿ ਉਹਦੇ ਤੇ ਕੋਈ ਨਾ ਕੋਈ ਕਾਰਵਾਈ ਕਰਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਨੂੰ ਜਦੋਂ ਆਪਾਂ ਇਹਦਾ ਐਨਾਲਿਸਿਸ ਕਰਾਂਗੇ ਤਾਂ ਕੱਲੀ ਗੱਲ ਨੂੰ ਆਪਾਂ ਖੋਲ ਕੇ ਦੱਸਾਂਗੇ ਕਿ ਇਹਦਾ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਇਹਦਾ ਇਫੈਕਟ ਕੀ ਪਏਗਾ। ਇਸ ਕਮੇਟੀ ਦੇ ਨੇ ਜੋ ਨਤੀਜੇ ਕੱਢੇ ਨੇ, ਜੋ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ, ਜੋ ਬਿਆਨ ਉਹਨਾਂ ਦੇ ਸਾਹਮਣੇ ਆਏ ਨੇ, ਤਾਂ ਇਹਨਾਂ ਦਾ ਜਦੋਂ ਅਸੀਂ ਵਿਸ਼ਲੇਸ਼ਣ ਕਰਾਂਗੇ ਤਾਂ ਇੱਕ ਇੱਕ ਕਰਕੇ ਆਪਾਂ ਇਹਦੇ ਜਿਹੜਾ ਹੈਗਾ ਇਹਦੇ ਨਤੀਜੇ ਇਹਦੇ ਸਿੱਟੇ ਜੋ ਨਿਕਲ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ। ਜੀ ਸੁਖਵਿੰਦਰ ਜੀ, ਕੀ ਲੱਗਦਾ ਕਿ ਜਿਸ ਤਰੀਕੇ ਦੀ ਹੁਣ ਬਿਆਨਬਾਜ਼ੀ ਹੋਈ ਹੈ, ਸਿੱਧੇ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ, ਜਿਹੜੀਆਂ ਗੱਲਾਂ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਸੀ ਕਿ ਚਲੋ ਜੇ ਮੁੱਖ ਮੰਤਰੀ ਦੀ ਹਲੇ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਨਹੀਂ ਚੱਲ ਰਹੀ ਤਾਂ ਇਹ ਕਿਆਸਰੀਆਂ ਜ਼ਰੂਰ ਸੀ ਕਿ ਸ਼ਾਇਦ ਪ੍ਰਧਾਨਗੀ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ, ਪਰ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੋਂ ਵੀ ਹਰੀਸ਼ ਰਾਵਤ ਦੇ ਵੱਲੋਂ ਪੱਲਾ ਝਾੜ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਇਸ ਦੇ ਨਾਲ ਹਾਲਾਤ ਜਿਹੜੇ ਆ ਕਿ ਨਵਜੋਤ ਸਿੰਘ ਸਿੱਧੂ ਇਸ ਮੂਡ 'ਚ ਹੈਗੇ ਆ ਵੀ ਜੇ ਉਹਨਾਂ ਨੂੰ ਇਸ ਤਰੀਕੇ ਨਾਲ ਕੁਝ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਹ ਇਦਾਂ ਹੀ ਕੰਮ ਕਰਦੇ ਰਹਿਣਗੇ ਜਿਵੇਂ ਹੁਣ ਖੂੰਜੇ ਲਾ ਕੇ ਕਰਦੇ ਰਹੇ? ਕੀ ਲੱਗਦਾ ਕਿ ਇਹ 3 ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਬਿਆਨ ਦੇ ਰਹੀ ਹੈ, ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਕੱਢ ਕੇ ਲਿਆ ਰਹੀ ਹੈ, ਕਿ ਮਾਮਲਾ ਸੁਲਝਾ ਪਾਏਗੀ? ਸੁਖਵਿੰਦਰ ਜੀ, ਇੱਕ ਜਿਹੜੀ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੇ ਇੱਕ ਵੱਡੀ ਗਲਤੀ ਇਹ ਕੀਤੀ ਹੈ ਇਹ ਕਮੇਟੀ ਬਣਾਉਣ ਦੇ ਵਿੱਚ ਕਿ ਇਹਦੇ ਵਿੱਚ ਜਿਹੜਾ ਪੰਜਾਬ ਨੂੰ ਸਮਝਣ ਵਾਲਾ, ਪੰਜਾਬ ਦਾ ਕੋਈ ਪੰਜਾਬੀ ਬੰਦਾ ਜਿਹੜਾ ਹੈਗਾ ਉਹ ਨਹੀਂ ਪਾਇਆ। ਕੋਈ ਸਾਂਝਾ ਬੰਦਾ ਜਿਹੜਾ ਸੀਗਾ ਦੋਨਾਂ ਧਿਰਾਂ ਨੂੰ ਜਿਹੜਾ ਮਨਜ਼ੂਰ ਹੁੰਦਾ, ਉਹ ਇੱਕ ਸਾਂਝਾ ਬੰਦਾ ਇਹਦੇ ਵਿੱਚ ਇਸ ਕਮੇਟੀ 'ਚ ਪਹਿਲੀ ਗੱਲ ਤਾਂ ਹੋਣਾ ਚਾਹੀਦਾ ਸੀਗਾ, ਜਿਹਦੇ ਕਰਕੇ ਤੁਸੀਂ ਦੇਖੋਗੇ ਕਿ ਤਿੰਨੋਂ ਬੰਦੇ ਪੰਜਾਬ ਤੋਂ ਬਾਹਰਲੇ ਬੰਦੇ ਨੇ। ਪੰਜਾਬ ਦੀਆਂ ਜਿਹੜੀ ਅੰਦਰੂਨ ਹੈ, ਪੰਜਾਬ ਦੀ ਜਿਹੜੀ ਹਕੀਕਤ ਹੈ ਇਸ ਵੇਲੇ, ਉਸ ਨੂੰ ਇਹ ਤਿੰਨੋਂ ਜਿਹੜੇ ਕਮੇਟੀ ਮੈਂਬਰ ਨੇ ਉਸ ਨੂੰ ਬਰੀਕੀ ਦੇ ਨਾਲ ਇਹ ਨਹੀਂ ਸਮਝ ਰਹੇ। ਪਹਿਲੀ ਗੱਲ ਤਾਂ ਇੱਥੇ ਜਿਹੜੀ ਹੈਗੀ ਆ ਸਮੱਸਿਆ ਆ ਸਕਦੀ ਹੈ। ਦੂਸਰੀ ਜਿਹੜੀ ਹੈਗੀ ਇਹਨਾਂ ਨੇ ਸਿੱਟੇ ਕੱਢੇ ਨੇ, ਇਹਨਾਂ ਜਿਹੜਾ ਮੋਡ ਆਫ ਅਪਰੈਂਟਿਸ ਹੈ, ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਉਹੀ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰਾਵਤ ਹੋਰਾਂ ਦਾ ਰਿਹਾ। ਰਾਵਤ ਹੋਰਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀਗੀ, ਇਹੀ ਮਸਲੇ ਰਾਵਤ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਚੁੱਕੇ ਸੀਗੇ ਔਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਸਾਹਿਬ ਦੀਆਂ ਕਾਫੀ ਮੀਟਿੰਗਾਂ ਕਰਾਈਆਂ ਸੀ। ਤੁਹਾਨੂੰ ਯਾਦ ਹੋਏਗਾ ਲੰਚ ਦੇ ਉੱਤੇ ਮੀਟਿੰਗਾਂ ਵੀ ਹੋਈਆਂ ਸੀਗੀਆਂ, ਉਹਨਾਂ ਦੀਆਂ ਗਲਵੱਕੜੀਆਂ ਪਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ, ਪਰ ਜਿਹੜਾ ਮਾਮਲਾ ਜਿਹੜਾ ਹੈਗਾ ਉਹ ਸਿਰੇ ਨਹੀਂ ਸੀ ਲੱਗਿਆ, ਤੁਹਾਨੂੰ ਵੀ ਯਾਦ ਹੋਏਗਾ, ਔਰ ਸਗੋਂ ਹੋਰ ਜਿਹੜਾ ਹੈਗਾ ਪੁਆੜਾ ਵੱਧਦਾ ਗਿਆ ਸੀਗਾ। ਸੋ ਇਹੀ ਜਿਹੜਾ ਹੈਗਾ, ਜਦੋਂ ਇਹੀ ਤਰੀਕਾ ਤੁਸੀਂ ਅਪਣਾਓਗੇ, ਜਦੋਂ ਤੁਸੀਂ ਤੁਹਾਡੇ ਕੋਲੇ ਕੋਈ ਅਧਿਕਾਰ ਹੀ ਨਹੀਂ ਕੋਈ ਬਦਲਾਅ ਦਾ, ਸੋ ਇਸ ਕਰਕੇ ਜਿੰਨੀ ਦੇਰ ਜਿਹੜਾ ਮਸਲੇ ਨੂੰ ਨਹੀਂ ਸੀ ਸਮਝਿਆ ਜਾਂਦਾ ਉਨੀ ਦੇਰ ਇਹਦੇ ਜਿਹੜੇ ਸਿੱਟੇ ਕੱਢ ਕੇ ਉਹਨਾਂ ਨੇ ਤਾਂ ਇੱਕ ਕਿਸਮ ਦੇ ਸਿੱਟੇ ਕੱਢਤੇ, ਇੱਕ ਕਿਸਮ ਦੇ ਬਿਨਾਂ ਉਹਨਾਂ ਨੇ ਸਾਰਾ ਕੁਝ ਦੱਸੇ ਪੁੱਛੇ। ਉਹਨਾਂ ਦਾ ਮਤਲਬ ਇਹੀ ਹੈ, ਇਸ ਮੀਟਿੰਗ ਤੋਂ ਬਾਅਦ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਨੇ, ਇਹਦਾ ਮਤਲਬ ਇਹੀ ਹੈ ਕਿ ਉਹਨਾਂ ਨੇ ਇਸ਼ਾਰੇ ਕਰ ਦਿੱਤੇ ਨੇ। ਉਹਨਾਂ ਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੇ ਬਦਲਾਅ ਕਾਂਗਰਸ ਦੇ ਵਿੱਚ ਨਹੀਂ ਹੋਣਗੇ, ਜਿਹੜਾ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚੱਲੇਗਾ। ਔਰ ਇਸ ਕਰਕੇ ਜਿਹੜੇ ਬੰਦੇ ਪਹਿਲਾਂ ਹੀ ਨੇ, ਜਿਨ੍ਹਾਂ ਕੋਲੇ ਕੁਰਸੀਆਂ ਨੇ, ਜਿਨ੍ਹਾਂ ਕੋਲੇ ਸਾਰੀਆਂ ਚੀਜ਼ਾਂ ਹੈਗੀਆਂ ਨੇ, ਜੋ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਨੇ, ਉਹੀ ਅਗਲੇ ਦਿਨਾਂ ਦੇ ਵਿੱਚ ਹੋਣਗੇ। ਜੋ ਪਹਿਲਾਂ ਪ੍ਰਧਾਨ ਲੱਗਿਆ ਹੋਇਆ ਹੈ ਉਹੀ ਪ੍ਰਧਾਨ ਜਿਹੜਾ ਹੈਗਾ ਉਹੀ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਸੋ ਜਿਹੜੀ ਵੱਡੇ ਬਦਲਾਅ ਜਿੱਦਾਂ ਦੀਆਂ ਸੰਭਾਵਨਾਵਾਂ ਸੀਗੀਆਂ ਕਿ ਪਹਿਲਾਂ ਤਾਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਸੀਗਾ। ਜਦੋਂ ਰਾਵਤ ਜੀ ਇਦਾਂ ਦੇ ਬਿਆਨ ਦੇ ਰਹੇ ਨੇ, ਇਹਦਾ ਮਤਲਬ ਹੈ ਕਿ ਸਿੱਟੇ ਤਾਂ ਉਹ ਪਹਿਲਾਂ ਕੱਢੀ ਬੈਠੇ ਨੇ। ਸੋ ਹੁਣ ਤਾਂ ਇੱਕ ਕਿਸਮ ਦਾ ਜਿਹੜਾ ਹੈਗਾ ਉਦਾਂ ਹੀ ਜਿਹੜੀ ਹੈਗਾ ਕਾਗਜ਼ੀ ਕਾਰਵਾਈ ਜ਼ਰੂਰ ਕੀਤੀ ਜਾਏਗੀ, ਮੀਟਿੰਗਾਂ ਜ਼ਰੂਰ ਕੀਤੀਆਂ ਜਾਣਗੀਆਂ, MLA ਸਾਹਿਬਾਨ ਨੂੰ ਜ਼ਰੂਰ ਬੁਲਾਇਆ ਜਾਏਗਾ, ਪ੍ਰਧਾਨਾਂ ਨੂੰ ਜ਼ਰੂਰ ਬੁਲਾਇਆ ਜਾਏਗਾ, ਮਿਨਿਸਟਰਾਂ ਨੂੰ ਜ਼ਰੂਰ ਬੁਲਾਇਆ ਜਾਏਗਾ। ਪਰ ਜੋ ਉਹਨਾਂ ਦੇ ਆਲਰੇਡੀ ਉਹਨਾਂ ਦੇ ਮਨ 'ਚ ਇੱਕ ਵਾਰੀ ਤੈਅ ਹੋ ਚੁੱਕਿਆ ਕਿ ਆਹ ਸਿੱਟੇ ਅਸੀਂ ਆਲਰੇਡੀ ਕੱਢ ਚੁੱਕੇ ਹਾਂ, ਤਾਂ ਇੱਥੋਂ ਇਹੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਸਾਹਿਬ ਨੂੰ ਨਿਰਾਸ਼ਾ ਹੋ ਸਕਦੀ ਹੈ। ਇੱਥੇ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਵੱਡੇ ਤੋਂ ਲੈ ਕੇ ਛੋਟੇ ਲੀਡਰ ਵੀ ਜਿਹੜੇ ਹੈਗੇ ਆ, ਉਹ ਵੀ ਹੁਣ ਇਹੀ ਆਪਣੀ ਕੁਝ ਦੱਬੀ ਜ਼ੁਬਾਨ ਦੇ ਵਿੱਚ ਤੇ ਕੁਝ ਖੁੱਲ੍ਹੇਆਵੇਂ ਗੱਲਾਂ ਕਹਿ ਰਹੇ ਆ ਕਿ ਜੇਕਰ ਭਾਈ ਕੈਪਟਨ ਅਮਰਿੰਦਰ ਸਿੰਘ ਅੱਗੇ ਰਹਿੰਦੇ ਆ ਤਾਂ ਪਾਰਟੀ ਦੇ ਲਈ 2022 ਦੀਆਂ ਚੋਣਾਂ ਜਿੱਤਣਾ ਆਸਾਨ ਨਹੀਂ ਹੋਊਗਾ। ਤਾਂ ਫਿਰ ਹਰੀਸ਼ ਰਾਵਤ ਕਿਵੇਂ ਕਹਿ ਸਕਦੇ ਆ ਕਿ ਜਿਹੜੇ ਫਾਦਰ ਫਿਗਰ ਨੇ, ਇਹਨਾਂ ਦੇ ਕਰਕੇ ਹੀ ਸਰਕਾਰ ਬਣੇਗੀ, ਇਹੀ ਅਗਵਾਈ ਕਰਨਗੇ? ਇਹਦਾ ਮਤਲਬ ਧੱਕੇ ਨਾਲ ਥੋਪਿਆ ਜਾ ਰਿਹਾ ਨਾ। ਜਿਵੇਂ ਲੋਕ ਜਿਹੜੇ ਹੈਗੇ ਆ, ਜਿਵੇਂ ਲੋਕ ਬਦਲਾਅ ਭਾਲ ਰਹੇ ਆ, ਪਾਰਟੀ ਬਦਲਾਅ ਪਾ ਰਹੀ ਹੈ,
ਤਾਂ ਫਿਰ ਜੇ ਬਦਲਾਅ ਨਹੀਂ ਕਰਦੇ, ਹਰੀਸ਼ ਰਾਵਤ ਦਾ ਜਿਸ ਤਰੀਕੇ ਦੇ ਨਾਲ ਬਿਆਨ ਆਇਆ ਹੈ, ਤਾਂ ਫਿਰ ਥੋਪਿਆ ਜਾ ਰਿਹਾ ਇੱਕ ਤਰੀਕੇ ਦੇ ਨਾਲ। ਬਿਲਕੁਲ ਇਹੀ ਮੈਂ ਕਹਿ ਰਿਹਾ ਕਿ ਇੱਕ ਆਲਰੇਡੀ ਉਹਨਾਂ ਦੀ ਧਾਰਨਾ ਬਣ ਚੁੱਕੀ ਹੈ। ਚਾਹੇ ਹਰੀਸ਼ ਰਾਵਤ ਜੀ ਉਹਦੇ ਵਿੱਚ ਮੇਨ ਜਿਹੜੀ ਹੈਗੀ ਆ ਲੀਡ ਰੋਲ ਜਿਹੜਾ ਹੈਗਾ ਉਹਨਾਂ ਦਾ ਹੈਗਾ, ਬਟ ਜੇ ਆਪਾਂ ਕਹੀਏ ਕਿ ਇਹ ਸਾਰੀਆਂ ਚੀਜ਼ਾਂ ਜਿਵੇਂ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਪਹਿਲਾਂ ਮੀਟਿੰਗਾਂ ਹੁੰਦੀਆਂ, ਪਹਿਲਾਂ ਬਕਾਇਦਾ ਤੌਰ ਤੇ 1 to 1 ਗੱਲਬਾਤ ਹੁੰਦੀ, ਪੰਜਾਬ ਦੀਆਂ ਜਿਹੜੀਆਂ ਇਸ ਵੇਲੇ ਬੇਸਿਕ ਪ੍ਰੋਬਲਮਸ ਨੇ ਕਾਂਗਰਸ ਦੀਆਂ ਉਹਨਾਂ ਨੂੰ ਪਹਿਲਾਂ ਸਮਝਿਆ ਜਾਂਦਾ, ਉਹਨਾਂ ਬਾਰੇ ਮੰਥਨ ਕੀਤਾ ਜਾਂਦਾ, ਫਿਰ ਕੋਈ ਸਿੱਟਾ ਕੱਢਿਆ ਜਾਂਦਾ। ਫਿਰ ਤਾਂ ਆਪਾਂ ਕਹਿ ਸਕਦੇ ਸੀ ਕਿ ਉਹਨਾਂ ਦੀਆਂ ਜਿਹੜੀਆਂ ਕੱਲ ਦਾ ਬਿਆਨ ਹੈ ਕਿ ਬਹੁਤ ਵਧੀਆ ਬਿਆਨ ਹੈ, ਕਿ ਉਹਨਾਂ ਨੂੰ ਇਹੀ ਚਾਹੀਦਾ ਸੀਗਾ। ਬਟ ਜਦੋਂ ਆਪਾਂ ਦੇਖ ਰਹੇ ਹਾਂ ਕਿ ਉਹ ਤਾਂ ਸਿੱਟੇ ਕੱਢ ਕੇ ਪਹਿਲਾਂ ਸਾਰਾ ਕੁਝ ਤੈਅ ਹੋ ਚੁੱਕਿਆ, ਇਹਦਾ ਮਤਲਬ ਆਲਰੇਡੀ ਤੈਅ ਹੋ ਚੁੱਕਿਆ ਹੈ, ਹਾਈ ਕਮਾਂਡ ਜਿਹੜੀ ਹੈਗੀ ਹੈ ਆਲਰੇਡੀ ਤੈਅ ਕਰ ਚੁੱਕੀ ਹੈ। ਇਹਦਾ ਮਤਲਬ ਇਹੀ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਰੀਸ਼ ਰਾਵਤ ਨੂੰ ਸਮਾਂ ਲੈਣਾ ਚਾਹੀਦਾ ਸੀ। ਮੀਟਿੰਗਾਂ ਜ਼ਿਕਰ ਹੁੰਦੀਆਂ, ਕੁਝ ਦਿਨਾਂ ਬਾਅਦ ਇਹ ਬਿਆਨ ਆਉਂਦਾ ਤਾਂ ਫਿਰ ਸ਼ਾਇਦ ਲੋਕਾਂ ਨੂੰ ਹਜਮ ਵੀ ਹੁੰਦਾ, ਲੀਡਰਾਂ ਨੂੰ ਹਜਮ ਵੀ ਹੁੰਦਾ। ਜਿਸ ਤਰੀਕੇ ਨਾਲ ਆਉਣ ਸਾਰੀ ਇਦਾਂ ਦੇ ਬਿਆਨ, ਹਾਲੇ ਤਾਂ ਆਪਸ ਦੇ ਵਿੱਚ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਹੈ, ਆਉਣ ਸਾਰੀ ਇਦਾਂ ਦੇ ਜਿਹੜੇ ਬਿਆਨ ਦਿੱਤੇ ਗਏ ਆ, ਤਾਂ ਫਿਰ ਤੁਹਾਨੂੰ ਲੱਗਦਾ ਕਿ ਇਹ ਮਨਜ਼ੂਰ ਕਰਨਗੇ ਪੰਜਾਬ ਕਾਂਗਰਸ ਦੇ ਜਿਹੜੇ ਹੈ ਲੀਡਰ ਜਿਹੜੇ ਰੌਲਾ ਰੱਪਾ ਪਾ ਰਹੇ ਨੇ? ਕੀ ਲੱਗਦਾ ਕਿ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੇ ਬਿਆਨਾਂ ਨੂੰ ਮਨਜ਼ੂਰ ਕਰ ਲੈਣਗੇ? ਕੀ ਲੱਗਦਾ ਕਿ ਫਿਰ ਨਿਰਪੱਖ ਜਾਂਚ ਹੋ ਪਾਏਗੀ? ਕੀ ਲੱਗਦਾ ਕਿ ਇਹ ਕਮੇਟੀ ਸਹੀ ਤਰੀਕੇ ਦੇ ਨਾਲ ਜਿਹੜਾ ਮਾਮਲਾ ਸੁਲਝਾਉਣ ਆਈ ਹੈ, ਜਿਸ ਤਰੀਕੇ ਦੇ ਨਾਲ ਹਰੀਸ਼ ਰਾਵਤ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਪਾਰਟੀ ਨਾਲ ਲੀਡਰ ਬਦਲਣ ਲਈ ਨਹੀਂ, ਸਾਨੂੰ ਸਿਰਫ ਮਾਮਲਾ ਸੁਲਝਾਉਣ ਲਈ ਭੇਜਿਆ, ਤੇ ਲੋਕ ਕਹਿੰਦੇ ਆ ਵੀ ਲੀਡਰ ਕਹਿੰਦੇ ਆ ਕਿ ਜੇਕਰ ਚਿਹਰੇ ਬਦਲੇ ਜਾਣਗੇ ਫੇਰ ਹੀ ਮਾਮਲਾ ਸੁਲਝੇਗਾ, ਤੇ ਜੇ ਚਿਹਰੇ ਬਦਲਣਗੇ ਫਿਰ ਮਾਮਲਾ ਕਿਸ ਤਰੀਕੇ ਨਾਲ ਸੁਲਝੇਗਾ? ਬਿਲਕੁਲ ਉਹੀ ਗੱਲ ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਹਰੀਸ਼ ਰਾਵਤ ਜਾਂ ਇਹ ਕਮੇਟੀ ਨੂੰ ਜਿਹੜਾ ਹੈਗਾ ਇਹਦਾ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਕਾਫੀ ਮਤਲਬ ਗਲਤ ਤਰੀਕਾ ਹੈ। ਪਹਿਲੀ ਗੱਲ ਤਾਂ ਇਹੀ ਹੈ, ਔਰ ਦੂਜੀ ਗੱਲ ਹੈ ਕਿ ਜੇਕਰ ਚਿਹਰੇ ਨਹੀਂ ਬਦਲੇ ਜਾਂਦੇ, ਜੇ ਕੋਈ ਸ਼ਿਫਟਿੰਗ ਨਹੀਂ ਹੁੰਦੀ, ਤਾਂ ਲਾਜ਼ਮੀ ਤੌਰ ਤੇ ਇਹਦੀਆਂ ਹੋਰ ਜ਼ਿਆਦਾ ਗੁੰਝਲਦਾਰ ਹੋਣ ਦੀ ਸੰਭਾਵਨਾ ਹੈ ਕਿ ਇਹ ਮਸਲੇ ਜਿਹੜੇ ਨੇ ਹੋਰ ਗੁੰਝਲਦਾਰ ਹੋਣਗੇ, ਹੋਰ ਲੋਕ ਜਿਹੜੇ ਨੇ ਬਗਾਵਤ ਕਰਨਗੇ, ਔਰ ਹੋਰ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਪਾੜ ਜਿਹੜੇ ਨੇ ਕਾਂਗਰਸ ਦੇ ਵਿੱਚ ਪੈ ਸਕਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਮੈਨੂੰ ਲੱਗਦਾ ਹੈ ਕਿ ਇਸ ਜਿਹੜੀ 3 ਮੈਂਬਰੀ ਕਮੇਟੀ ਹੈ ਇਸ ਨੇ ਉਲਝਾਉਣ ਨੂੰ ਜਿਹੜਾ ਹੈਗਾ ਜ਼ਿਆਦਾ ਤਰਜੀਹ ਦਿੱਤੀ ਹੈ ਬਜਾਏ ਸੁਲਝਾਉਣ ਦੇ। ਸੋ ਕਮੇਟੀ ਨੂੰ ਜਿਹੜਾ ਹੈਗਾ ਇਹਦਾ ਤਰੀਕਾ ਜੋ ਰਾਵਤ ਹੋਰਾਂ ਦਾ ਜਾਂ ਇਸ ਤੋਂ ਵੀ ਪਹਿਲਾਂ ਜਿਹੜਾ ਰਿਹਾ, ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਗਲਤ ਤਰੀਕਾ ਰਿਹਾ, ਔਰ ਅਸਲੀ ਤਰੀਕਾ ਇਹੀ ਹੁੰਦਾ ਕਿ ਪਹਿਲਾਂ ਸਮੱਸਿਆਵਾਂ ਨੂੰ ਜਾਣ ਲਿਆ ਜਾਵੇ, ਫਿਰ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਹੁਣ ਇਹ ਲੋਕ ਇਹ ਮੰਗ ਕਰ ਰਹੇ ਨੇ, ਖਾਸ ਤੌਰ ਤੇ ਜਿਹੜਾ ਵਿਰੋਧੀ ਧੜਾ ਹੈ ਕੈਪਟਨ ਦਾ, ਉਹ ਇਹੀ ਮੰਗ ਕਰ ਰਿਹਾ ਕਿ ਸਾਨੂੰ ਇਹ ਦੱਸਿਆ ਜਾਏ ਕਿ 4.5 ਸਾਲ ਦੇ ਵਿੱਚ ਜਿਹੜੇ ਵਾਅਦੇ ਕਾਂਗਰਸ ਨੇ ਕੀਤੇ ਸੀ, ਖਾਸ ਤੌਰ ਤੇ ਕੈਪਟਨ ਸਾਹਿਬ ਨੇ ਕੀਤੇ ਸੀਗੇ, ਕਿ ਉਹਨਾਂ ਵਾਅਦਿਆਂ ਦਾ ਕੀ ਬਣਿਆ। ਖਾਸ ਤੌਰ ਤੇ ਚਾਹੇ ਉਹ ਬਰਗਾੜੀ ਕਾਂਡ ਦਾ ਮੁੱਦਾ ਹੋਵੇ, ਚਾਹੇ ਉਹ ਕੋਟਕਪੂਰਾ ਗੋਲੀ ਕਾਂਡ ਦਾ ਮੁੱਦਾ ਹੋਵੇ, ਚਾਹੇ ਸਿੱਟ ਬਣਾਉਣ ਦਾ ਮੁੱਦਾ ਹੋਵੇ। ਸੋ ਇਸ ਕਰਕੇ ਵੱਡੇ ਸਵਾਲ ਇਸ ਵੇਲੇ ਜਿਹੜੇ ਕੈਪਟਨ ਸਾਹਿਬ ਤੋਂ ਪੁੱਛੇ ਜਾ ਰਹੇ ਸੀਗੇ, ਕੀ ਇੱਥੋਂ ਇਹ ਲੱਗਦਾ ਕਿ ਕੀ ਉਹਨਾਂ ਸਵਾਲਾਂ ਨੂੰ ਉਠਾਉਣ ਦਾ ਜਿਹੜਾ ਹੈਗਾ ਇਹਨਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਹੋਏਗੀ ਇਸ 3 ਮੈਂਬਰੀ ਕਮੇਟੀ ਦੇ ਰਾਹੀਂ? ਇਹ ਵੱਡਾ ਸਵਾਲ ਹੈ ਇਸ ਵੇਲੇ ਇਹ ਹੈ ਕਿ ਇਹ ਚਾਹੁੰਦੇ ਨੇ, ਕਮੇਟੀ ਇਹ ਚਾਹੁੰਦੀ ਹੈ ਕਿ ਇਦਾਂ ਦੇ ਸਵਾਲ ਜਿਹੜੇ ਨੇ ਕੈਪਟਨ ਸਾਹਿਬ ਤੇ ਨਾ ਉਠਾਏ ਜਾਣ, ਔਰ ਜੋ ਜਿਹੜੀ ਹਕੀਕਤ ਹੈ ਕਿ ਉਹਦੇ ਉੱਤੇ ਪਰਦਾ ਪਾ ਦਿੱਤਾ ਜਾਏ, ਕਿ ਜੋ ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਲੋਕਾਂ ਦੇ ਉੱਤੇ, ਉਹ ਸਵਾਲ ਵੀ ਉਹਨਾਂ ਨੂੰ ਨਾ ਪੁੱਛਿਆ ਜਾਏ। ਘਰ ਘਰ ਨੌਕਰੀ ਬਾਰੇ ਸਵਾਲ ਨਾ ਪੁੱਛਿਆ ਜਾਏ, ਨਸ਼ਿਆਂ ਦੇ ਉੱਤੇ ਜਿਹੜਾ ਹੈਗਾ ਇਸ ਵੇਲੇ ਪੰਜਾਬ ਘਿਰਿਆ ਹੋਇਆ ਉਹਦੇ ਬਾਰੇ ਨਾ ਉਹਨਾਂ ਤੋਂ ਸਵਾਲ ਪੁੱਛੇ ਜਾਣ, ਇਸੇ ਤਰ੍ਹਾਂ ਬਰਗਾੜੀ ਕਾਂਡ ਬਾਰੇ ਨਾ ਸਵਾਲ ਪੁੱਛੇ ਜਾਣ, ਇਸੇ ਤਰ੍ਹਾਂ ਕਿਸਾਨਾਂ ਦੇ ਮਸਲੇ ਦੇ ਉੱਤੇ ਕੋਈ ਜਿਹੜਾ ਹੈਗਾ ਹੱਲ ਨਾ ਦਿੱਤਾ ਜਾਵੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੀ ਇਹ ਜਿਹੜੀ 3 ਮੈਂਬਰੀ ਕਮੇਟੀ ਹੈ, ਜਦੋਂ ਕੋਈ ਅੰਦਰੋਂ ਇਦਾਂ ਦੀਆਂ ਆਵਾਜ਼ਾਂ ਉੱਠਦੀਆਂ ਨੇ, ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿ ਇੱਕ ਕਿਸਮ ਦੀ ਡਿਕਟੇਟਰਸ਼ਿਪ ਜਿਹੜੀ ਹੈਗੀ ਹੈ ਉਹ ਲੱਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਉੱਤੇ ਇਹਨਾਂ 3 ਮੈਂਬਰੀ ਕਮੇਟੀ ਦੇ ਰਾਹੀਂ। ਸੋ ਕਿਤੇ ਨਾ ਕਿਤੇ ਵੱਡੇ ਸਵਾਲ ਇਸ 3 ਮੈਂਬਰੀ ਕਮੇਟੀ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉੱਠ ਸਕਦੇ ਆ, ਕਾਂਗਰਸ ਦੇ ਵਿੱਚੋਂ ਹੀ ਉੱਠਣਗੇ, ਔਰ ਤੁਸੀਂ ਦੇਖੋਗੇ ਕਿ ਇਹ ਮਸਲਾ ਹੱਲ ਹੋਣ ਦੀ ਬਜਾਏ ਹੋਰ ਜਿਹੜਾ ਉਲਝੇਗਾ। ਤੁਸੀਂ ਕੱਲ ਵੀ ਦੇਖੋ, ਕੱਲ ਹੀ ਰੰਧਾਵਾ ਹੋਰਾਂ ਨੇ ਬਕਾਇਦਾ ਤੌਰ ਤੇ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਪ੍ਰਗਟ ਸਿੰਘ ਹੋਰੀ ਜਾਂ ਜਿਹੜੇ ਜਿੰਨੇ ਵੀ ਰੁੱਸੇ ਹੋਏ ਵਿਧਾਇਕ ਨੇ, ਕਾਫੀ ਵਿਧਾਇਕ ਜਿਹੜੇ ਨੇ ਉਹਦੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਕਹਿਣ ਦਾ ਮਤਲਬ ਹੈ ਕਿ ਇੱਕ ਕਿਸਮ ਦਾ ਵਿਰੋਧ ਜਿਹੜਾ ਹੈਗਾ, ਇੱਕ ਕਿਸਮ ਦਾ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਹੋਰ ਜਿਹੜੀ ਉਲਝਣਬਾਜ਼ੀ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ ਨਾਲ ਨਾਲ। ਇੱਕ ਪਾਸੇ ਜਿਹੜੀ ਹੈਗੀ ਹੈ
ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਦੂਜੇ ਪਾਸੇ ਜਿਹੜੇ ਦੂਜਾ ਵਿਰੋਧੀ ਧੜਾ ਹੈ ਉਹ ਕਾਫੀ ਅਰਸੇ ਤੋਂ, ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਕਿ ਸਾਡੇ ਜਿਹੜੇ ਸਵਾਲਾਂ ਦੇ ਜਵਾਬ ਜਿੰਨੀ ਦੇਰ ਨਹੀਂ ਦਿੱਤੇ ਜਾਣਗੇ ਉਨੀ ਦੇਰ ਅਸੀਂ ਸਵਾਲ ਜਿਹੜੇ ਨੇ ਕੈਪਟਨ ਸਾਹਿਬ ਨੂੰ ਪੁੱਛਦੇ ਰਵਾਂਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਸਾਹਿਬ ਨੇ ਜਿਹੜੀ ਹੈਗੀ ਹੈ ਕਾਂਗਰਸ ਨੂੰ ਜਿਹੜਾ ਹੈਗਾ ਬਹੁਤ ਖੁੱਡੇ ਲੈਣ ਲਾਇਆ ਹੈ, ਬਹੁਤ ਉਹਨਾਂ ਦਾ ਗ੍ਰਾਫ, ਉਹਨਾਂ ਨੂੰ ਲੱਗਦਾ ਹੈ ਕਿ ਇਹਦਾ ਕਾਂਗਰਸ ਦਾ ਗ੍ਰਾਫ ਕੈਪਟਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਥੱਲੇ ਚਲਾ ਗਿਆ ਹੈ। ਸੋ ਇਸ ਕਰਕੇ ਬਹੁਤ ਵੱਡੇ ਸਵਾਲ ਜਿਹੜੇ ਨੇ ਕਾਂਗਰਸ ਦੇ ਵਿੱਚ ਉੱਠ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਸੰਭਾਵਨਾਵਾਂ ਨੇ ਕਿ ਵੱਡੇ ਸਵਾਲ ਉੱਠਣਗੇ। ਜਿਸ ਤਰੀਕੇ ਦੇ ਇਹ ਬਿਆਨ ਆਏ ਆ ਕਿ ਵਾਕਈ ਜਿਹੜੇ ਬਿਆਨ ਆਏ ਆ ਅੱਜ ਉਸੇ ਹਿਸਾਬ ਦੇ ਨਾਲ ਜਾਂਚ ਕੀਤੀ ਜਾਊਗੀ ਜਾਂ ਫਿਰ ਕਿਉਂਕਿ ਇਹ ਕਮੇਟੀ ਮਾਮਲਾ ਸੁਲਝਾਉਣ ਦੇ ਲਈ ਆਈ ਹੈ, ਫਿਲਹਾਲ ਉਹਨਾਂ ਦੇ ਵੱਲੋਂ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ ਦੇ ਵਿੱਚ ਬੋਲਣ ਲਈ ਕੁਝ ਨਹੀਂ। ਜਿਵੇਂ ਜਿਵੇਂ ਜਾਂਚ ਜਿਹੜੀ ਸ਼ੁਰੂ ਹੋਊਗੀ, ਜਿਵੇਂ ਜਿਵੇਂ ਇਹ ਜਿਹੜੀ ਅੱਗੇ ਕਮੇਟੀ ਗੱਲਾਂ ਬਾਤਾਂ ਪੱਖ ਲਊਗੀ, ਐਮਪੀਆਂ ਦਾ ਜਿਵੇਂ ਕਿਹਾ, ਵਿਧਾਇਕਾਂ ਦਾ ਕਿਹਾ, ਮੰਤਰੀਆਂ ਦਾ ਕਿਹਾ, ਜਿਹੜੇ ਪੁਰਾਣੇ ਜਿਹੜੇ ਹੈਗੇ ਆ ਕਾਂਗਰਸ ਪ੍ਰਧਾਨ ਨੇ, ਜਿਵੇਂ ਉਹਨਾਂ ਦਾ ਪੱਖ ਲਊਗੀ ਤਾਂ ਫਿਰ ਉਵੇਂ ਇਹ ਸੋਚ ਬਦਲਦੀ ਜਾਊਗੀ ਜਾਂ ਫਿਰ ਇਹ ਆਪਣੇ ਸਟੈਂਡ ਤੇ ਰਹਿਣਗੇ? ਕੀ ਲੱਗਦਾ? ਬਿਲਕੁਲ, ਦੇਖੋ ਇਹ ਆਪਣੇ ਸਟੈਂਡ ਤੇ ਮੈਨੂੰ ਲੱਗਦਾ ਕਿ ਪੁੱਛਿਆ ਕਿਉਂਕਿ ਅੱਜ ਉਹ ਆਏ ਨੇ, ਅੱਜ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ। ਜੇਕਰ ਅੱਜ ਹੀ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ 'ਚ ਬਿਆਨ ਦੇਣੇ ਸ਼ੁਰੂ ਕਰ ਦੇਣਗੇ ਤਾਂ ਉਹ ਸ਼ਾਇਦ ਸਹੀ ਨਹੀਂ ਹੋਊਗਾ। ਪਰ ਜਿਸ ਤਰੀਕੇ ਨਾਲ ਜਿਵੇਂ ਜਿਵੇਂ ਜਾਂਚ ਅੱਗੇ ਵਧੂਗੀ, ਜਿਵੇਂ ਜਿਵੇਂ ਇਹ ਸਾਰਾ ਕੁਝ ਅੱਗੇ ਵਧੇਗਾ, ਉਵੇਂ ਇਹਨਾਂ ਦੀ ਸੋਚ ਦੇ ਵਿੱਚ, ਇਹਨਾਂ ਦੇ ਫੈਸਲੇ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿਣਗੀਆਂ ਕਿਉਂਕਿ ਫੈਸਲਾ ਤਾਂ ਆਖਰੀ ਫਿਰ ਵੀ ਹਾਈ ਕਮਾਨ ਨਹੀਂ ਲੈਣਾ। ਦੇਖੋ, ਜਿੱਥੋਂ ਤੱਕ 3 ਮੈਂਬਰੀ ਕਮੇਟੀ ਦਾ ਸੰਬੰਧ ਹੈ, 3 ਮੈਂਬਰੀ ਕਮੇਟੀ ਨੇ ਜੋ ਲਗਭਗ ਜੋ ਫੈਸਲਾ ਦੇਣਾ ਸੀਗਾ ਉਹਨਾਂ ਦੇ ਇਹਨਾਂ ਬਿਆਨਾਂ ਤੋਂ ਉਹ ਸਾਹਮਣੇ ਆ ਚੁੱਕਿਆ। ਜਦੋਂ ਅਸੀਂ ਉਹਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੋਂ ਇਹ ਲੱਗਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਪਹਿਲਾਂ ਬਣੀ ਹੋਈ ਧਾਰਨਾ ਜਿਹੜੀ ਹੈਗੀ ਹੈ ਆਲਰੇਡੀ ਜਿਹੜੀ ਬਣ ਚੁੱਕੀ ਹੈ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਬਾਰੇ, ਕਿਉਂਕਿ ਉਹ ਵੀ ਪੁਰਾਣੇ ਲੀਡਰ ਨੇ, ਇਹ ਵੀ ਸਾਰੇ ਪੁਰਾਣੇ ਲੀਡਰ ਨੇ, ਉਹਨਾਂ ਦੀ ਇਸ ਕਿਸਮ ਦੀ ਧਾਰਨਾ ਕਾਂਗਰਸ ਦੇ ਵਿੱਚ ਜਿਹੜੀ ਹੈਗੀ ਹੈ ਬਣ ਚੁੱਕੀ ਹੈ ਔਰ ਆਪਣਾ ਫੈਸਲਾ ਲਗਭਗ ਉਹ ਦੇ ਚੁੱਕੇ ਨੇ। ਹੁਣ ਤਾਂ ਜਿਹੜੀ ਹੈਗੀ ਇੱਕ ਕਾਗਜ਼ੀ ਕਾਰਵਾਈ ਜਿਹੜੀ ਹੈਗੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੁਲਾਕਾਤਾਂ ਹੋਣਗੀਆਂ, ਮੀਟਿੰਗਾਂ ਹੋਣਗੀਆਂ, ਇੰਟਰਵਿਊਜ਼ ਲੋਕਾਂ ਦੇ ਨਾਲ, ਐਮਐਲਏ ਸਾਹਿਬਾਨ ਦੇ ਨਾਲ, ਲੀਡਰਾਂ ਦੇ ਨਾਲ ਕੀਤੀਆਂ ਜਾਣਗੀਆਂ ਔਰ ਉਹਦੇ ਵਿੱਚੋਂ ਜੋ ਨਤੀਜਾ ਕੱਢਣਾ ਹੈ ਉਹ ਲਗਭਗ ਉਹ ਕੱਢ ਚੁੱਕੇ ਨੇ। ਸੋ ਹੁਣ ਡਿਪੈਂਡ ਕਰੇਗਾ, ਹੁਣ ਅਗਲਾ ਜਿਹੜਾ ਮਸਲਾ ਹੈ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਔਰ ਪ੍ਰਿੰਕਾ ਗਾਂਧੀ ਜੀ ਦਾ ਜੋ ਇਹ ਫੈਸਲਾ ਦੇ ਰਹੇ ਨੇ ਉਹਦੇ ਉੱਤੇ ਕਿੱਦਾਂ ਦਾ ਰਿਐਕਸ਼ਨ ਹੋਏਗਾ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਖਾਸ ਤੌਰ ਤੇ ਰਾਹੁਲ ਜੀ ਨੂੰ ਔਰ ਪ੍ਰਿੰਕਾ ਜੀ ਨੂੰ ਇਹਦੇ ਬਾਰੇ ਬਹੁਤ ਡੂੰਘਾਈ ਦੇ ਨਾਲ ਸੋਚਣ ਦੀ ਲੋੜ ਹੈ। ਜੇ ਉਹ ਪੰਜਾਬ ਦੀ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਨੇ, ਜੇ ਉਹ ਪੰਜਾਬ ਦੇ ਅਗਲੀ ਜਿਹੜੀ ਵਾਰੀ ਹੈ 22 ਦੀ, ਉਹਦੇ ਵਿੱਚ ਕਾਂਗਰਸ ਨੂੰ ਦੁਬਾਰਾ ਰਿਪੀਟ ਕਰਵਾਉਣਾ ਚਾਹੁੰਦੇ ਨੇ, ਦੁਬਾਰਾ ਸੱਤਾ ਚ ਆਉਣਾ ਚਾਹੁੰਦੇ ਨੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਚਿਹਰੇ ਬਦਲਣੇ ਪੈਣਗੇ। ਇਹ ਗੱਲ ਕਲੀਅਰ ਹੈ। ਜੇ ਉਹ ਨਹੀਂ ਬਦਲਦੇ, ਜੇ ਇਸ ਕਮੇਟੀ ਦੀ ਰਿਕਮੈਂਡੇਸ਼ਨ, ਇਹ ਗੱਲ ਉਹਨਾਂ ਦੀ ਪਾਰਟੀ ਦੇ ਆਪਣੇ ਸੀਨੀਅਰ ਲੀਡਰ ਨੇ, ਉਸੇ ਆਧਾਰ ਤੇ ਮੈਂ ਕਹਿ ਰਿਹਾ ਕਿ ਜਿਸ ਕਿਸਮ ਦੇ ਨਾਲ ਆਵਾਜ਼ਾਂ ਉੱਠ ਰਹੀਆਂ ਨੇ, ਚਾਹੇ ਉਹ ਪ੍ਰਤਾਪ ਬਾਜਵਾ ਜੀ ਹੋਣ, ਚਾਹੇ ਸਿੱਧੂ ਸਾਹਿਬ ਹੋਣ, ਚਾਹੇ ਦੁੱਲੋ ਸਾਹਿਬ ਹੋਣ, ਚਾਹੇ ਚੰਨੀ ਜੀ ਹੋਣ, ਚਾਹੇ ਬਹੁਤ ਸਾਰੇ ਹੋਰ ਬਥੇਰੇ ਲੀਡਰ ਨੇ ਜਿਹੜੇ ਕਿ ਹਜੇ ਚੁੱਪ ਬੈਠੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਰਾਹੁਲ ਜੀ ਨੂੰ ਔਰ ਪ੍ਰਿੰਕਾ ਜੀ ਨੂੰ ਇਹਦੇ ਬਾਰੇ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਜਿਹੜੀ ਪੁਆੜੇ ਦੀ ਜੜ ਹੈ, ਜਿਹੜੀ ਕਾਰਨ ਬਣ ਰਿਹਾ ਹੈ ਇਸ ਸਾਰੇ ਹਫੜਾ ਥਫੜੀ ਦਾ, ਇਹ ਸਾਰੀ ਕਾਟੋ ਕਲੇਸ਼ ਦਾ, ਤਾਂ ਉਸ ਦੀਆਂ ਜੜ੍ਹਾਂ ਨੂੰ ਸਮਝਿਆ ਜਾਏ ਔਰ ਉਸ ਦੀਆਂ ਜੜ੍ਹਾਂ ਨੂੰ ਜਿੰਨੀ ਦੇਰ ਸਮਝੇ ਬਿਨਾਂ ਅਸੀਂ ਜਿੰਨੀ ਦੇਰ ਉਹਦੇ ਵਿੱਚ ਨਹੀਂ ਚੇਂਜ ਕਰਾਂਗੇ, ਨਹੀਂ ਬਦਲਾਅ ਕਰਾਂਗੇ, ਉਨੀ ਦੇਰ ਇਹ ਕਾਟੋ ਕਲੇਸ਼ ਜਿਹੜਾ ਹੈਗਾ ਲਗਾਤਾਰ ਵੱਧਦਾ ਜਾਏਗਾ। ਸੋ ਮੈਨੂੰ ਲੱਗਦਾ ਹੈ ਕਿ ਕਮੇਟੀ ਦੇ ਹੁਣ ਜਿਹੜੇ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਕੀ ਜਿਹੜਾ ਵਿਰੋਧੀ ਧੜਾ ਹੈ, ਕੀ ਇਸ ਕਮੇਟੀ ਦੀਆਂ ਰਿਕਮੈਂਡੇਸ਼ਨ ਜਾਂ ਜੋ ਮੁਲਾਕਾਤਾਂ ਹੋਣਗੀਆਂ ਕਿ ਉਹਨਾਂ ਦੇ ਤੋਂ ਸੰਤੁਸ਼ਟ ਹੋਏਗਾ ਜਾਂ ਅਸੰਤੁਸ਼ਟ ਹੋ ਕੇ ਆਪਣੀ ਜਿਹੜੀ ਉਹ ਪਹਿਲਾਂ ਵਾਲੀ ਜਿਹੜੀ ਕਾਰਵਾਈ ਹੈ ਉਹ ਜਾਰੀ ਰੱਖੇਗਾ। ਸੋ ਇਹ ਵੱਡਾ ਸਵਾਲ ਹੈ। ਪਰ ਮੈਨੂੰ ਲੱਗ ਰਿਹਾ ਹੈ ਇਸ ਵੇਲੇ ਕਿ ਇਹ ਜਿਹੜਾ ਹੈਗਾ ਮਸਲਾ ਸੁਲਝਣ ਦੀ ਬਜਾਏ ਹੋਰ ਉਲਝਦਾ ਜਾਏਗਾ, ਹੋਰ ਗੰਭੀਰ ਹੁੰਦਾ ਜਾਏਗਾ ਔਰ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਂਗਰਸ ਨੂੰ ਕਾਂਗਰਸੀ ਹੀ ਹਰਾਉਣਗੇ, ਉਹਨਾਂ ਨੂੰ ਵਿਰੋਧੀ ਧਿਰਾਂ ਘੱਟ ਹਰਾਉਣਗੀਆਂ 22 ਦੇ ਵਿੱਚ, ਉਹਨਾਂ ਨੂੰ ਕਾਂਗਰਸ ਵਾਲੇ ਕਾਂਗਰਸ ਨੇ ਹੀ ਹਰਾ ਦੇਣੇ ਆ। ਸੋ ਇਸ ਕਰਕੇ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ 22 ਦੇ ਵਿੱਚ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ, ਕਾਂਗਰਸ ਦੀਆਂ। ਬਿਲਕੁਲ। ਕੀ ਲੱਗਦਾ ਕਿ ਇਹ ਗੱਲਾਂ ਜਿਹੜੀਆਂ
ਅੱਜ ਇਹ ਕਰ ਰਹੇ ਨੇ, ਤਾਂ ਫਿਰ ਜੇਕਰ ਅਜਿਹਾ ਹੀ ਫੈਸਲਾ ਇਹਨਾਂ ਦਾ ਆਉਂਦਾ ਤਾਂ ਫਿਰ ਜਿਹੜੇ ਲੀਡਰ ਅੱਜ ਬਗਾਵਤ ਕਰ ਰਹੇ ਨੇ, ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਨਵਜੋਤ ਸਿੰਘ ਸਿੱਧੂ, ਇਸ ਤੋਂ ਬਾਅਦ ਕੀ ਕਰਨਗੇ? ਇਸ ਤੋਂ ਬਾਅਦ ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਫੈਸਲਾ ਮੰਨਣਗੇ। ਬਿਲਕੁਲ ਇਹਨਾਂ ਕੋਲ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਸ ਕਮੇਟੀ ਦਾ ਫੈਸਲਾ ਜਿਹੜੇ ਹੈਗੇ, ਚਾਹੇ ਪ੍ਰਤਾਪ ਬਾਜਵਾ ਜੀ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਜੀ ਹੋਣ, ਇੱਥੋਂ ਤੱਕ ਕਿ ਜਿਹੜੇ ਦੂਜੇ ਮੰਤਰੀ ਵੀ ਨੇ ਜਾਂ MLA ਸਾਹਿਬਾਨ ਨੇ, ਉਹ ਵੀ ਨਹੀਂ ਮੰਨਣਗੇ। ਮੈਨੂੰ ਨਹੀਂ ਲੱਗਦਾ ਕਿ ਜੇਕਰ ਇਹ ਬਦਲਾਅ ਹੀ ਨਹੀਂ ਕਰਨਾ ਇਹਨਾਂ ਨੇ ਜੈਸੇ ਸਟੈਂਡ ਸਟਿਲ ਜੋ ਜੈਸੇ ਥੇ ਉਸੇ ਤਰ੍ਹਾਂ ਰੱਖਣਾ ਹੈ, ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹਨਾਂ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ। ਕਿ ਇਹ ਵੀ ਉੱਤੋਂ ਇਹਨਾਂ ਨੇ ਇਹ ਵੀ ਕਹਿਤਾ ਕਿ ਤੁਸੀਂ ਬਾਹਰ ਨਹੀਂ ਜਾਣਾ, ਤੁਸੀਂ ਲਕਸ਼ਮਣ ਰੇਖਾ ਪਾਰ ਨਹੀਂ ਕਰਨੀ। ਇਹਦਾ ਮਤਲਬ ਹੈ ਕਿ ਉਹ ਇਹਨਾਂ ਨੂੰ ਇੱਕ ਦਾਇਰੇ ਦੇ ਵਿੱਚ ਬੰਨਣਾ ਚਾਹੁੰਦੇ ਨੇ। ਜੀ ਇਹਦਾ ਮਤਲਬ ਇਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬੋਲਣਾ ਨਹੀਂ ਹੈ, ਤੁਸੀਂ ਜ਼ੁਬਾਨ ਜਿਹੜੀ ਹੈਗੀ ਆ ਬੰਦ ਰੱਖਣੀ ਹੈ, ਸੋ ਸਵਾਲ ਨਹੀਂ ਉਠਾਉਣੇ। ਇੱਦਾਂ ਦੀਆਂ ਗੱਲਾਂ ਜਦੋਂ ਤੁਸੀਂ ਇਹਨਾਂ ਦੇ ਉੱਤੇ ਥੋਪੋਗੇ ਤਾਂ ਇਹਨਾਂ ਦਾ ਭਾਂਬੜ ਜਿਹੜਾ ਹੈਗਾ ਹੋਰ ਵਧੇਰੇ ਵਧੇਗਾ, ਔਰ ਇਹ ਲੋਕ ਜਿਹੜੇ ਨੇ ਹੋਰ ਜ਼ਿਆਦਾ ਰੌਲਾ ਪਾਉਣਗੇ। ਔਰ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਚੁੱਪ ਬੈਠੇ ਨੇ, ਜਿਹੜੇ ਹੁਣ ਛਾਪਲੇ ਬੈਠੇ ਨੇ, ਜਿਹੜੇ ਬੰਦੇ, ਜਿਹੜੇ MLA ਸਾਹਿਬਾਨ ਜਾਂ ਹੋਰ ਜਿਹੜੇ ਨੇ ਲੋਕ, ਜਿਹੜੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ, ਉਹ ਵੀ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਉਹਨਾਂ ਦਾ ਰੌਲਾ ਜ਼ਿਆਦਾ ਵਧੇਗਾ ਔਰ ਕਾਟੋ ਕਲੇਸ਼ ਦੀਆਂ ਵਧਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ, ਨਾ ਚੁੱਪ ਹੋਣ ਦੀਆਂ ਘੱਟ ਨੇ। ਸੋ ਇਹ ਭਵਿੱਖ ਜਿਹੜਾ ਹੈਗਾ ਕਾਂਗਰਸ ਦਾ ਇਸ ਵੇਲੇ ਨਜ਼ਰ ਆ ਰਿਹਾ ਹੈ। ਜੀ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੀ ਖਬਰ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹਨਾਂ ਦੇ ਵੱਲੋਂ ਉਹ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਹੋਰਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।